जी नाजरीन, मैं हूं आपका मेज़बान मुबीन अंसारी। फ़नकार प्रोडक्शंस ने एक और अनमोल काविश की है जिसका मकसद है पाकिस्तान में मौजूद नामवर अदाकार और फ़नकारों से आपकी मुलाकात। इस सेगमेंट का नाम है फ़न गुफ्तगू। फ़न गुफ्तगू में आज हमारे मेहमान होंगे अकरम उदा साहिब, जो किसी तारुफ के मुहताज नहीं। पाकिस्तानी स्टेज हो, पाकिस्तानी टीवी हो या पाकिस्तानी सिनेमा की बात की जाए, और अगर अब ये भी कह लिया जाए कि पूरी दुनिया के अंदर इंडियन सिनेमा में भी जो नाम पाकिस्तान का रोशन किया है अकरम भाई ने, वो शायद किसी और अदाकार ने नहीं किया। जी अस्सलाम वालेकुम। वालेकुम सलाम जी। मुबीन भाई की हाल है? ठीक हो? खरीयत है? तबीयत से ठीक है ਤੁਹਾਡੀ? जी अलहमदुलिल्लाह। अकरम भाई, सब तो पहला तो ਤੁਹਾਡਾ शुक्रगुजार कि ਤੁਸੀਂ ਸਾਨੂੰ ਅੱਜ ਵਕਤ ਦਿੱਤਾ ਆਪਣੀ ਏਡੀ ਮਸਰੂਫ ਲਾਈਫ ਦੇ ਵਿੱਚੋਂ। ਨਹੀਂ ਤੁਸੀਂ ਛੋਟੇ ਭਾਈ ਹੋ, ਪਿਆਰ ਹੈ ਤੁਹਾਡੇ ਨਾਲ। ਤੁਸੀਂ ਜਦੋਂ ਦਿਲ ਕਰੇ ਤੁਹਾਨੂੰ ਵਕਤ ਚਾਹੀਦਾ ਹੋਏ, ਟਾਈਮ ਚਾਹੀਦਾ ਹੋਏ, ਕੋਈ ਗੱਲਬਾਤ ਕਰਨੀ ਹੋਏ, ਤੁਸੀਂ ਫੋਨ 'ਤੇ। ਵੈਸੇ ਅਸੀਂ ਸ਼ੁਕਰਗੁਜ਼ਾਰ ਹਾਂ ਮੀਡੀਆ ਦੇ, ਜਿੰਨੇ ਵੀ ਮੀਡੀਆ ਨੇ ਸਾਡੇ ਪਾਕਿਸਤਾਨ ਤੋਂ ਬਾਹਰ ਕਿਸੇ ਮੁਲਕ ਵੀ ਮੀਡੀਆ ਵਾਲਿਆਂ ਦਾ ਬੜਾ ਹੱਥ ਹੈ। ਫਨਕਾਰ ਚੈਨਲ ਹੈ ਜੀ, ਚੈਨਲ ਦਾ ਤਾਂ ਨਾਂ ਹੀ ਬਹੁਤ ਅੱਛਾ ਹੈ, ਫਨਕਾਰਾਂ ਦਾ ਚੈਨਲ ਹੈ ਫਨਕਾਰ। ਇਹਦੇ ਉੱਤੇ ਫਨਕਾਰ ਹੀ ਦਿਖਾਏ ਜਾਣਗੇ ਜ਼ਿਆਦਾਤਰ। ਫਨਕਾਰ ਵੀ ਉਹ ਦਿਖਾਏ ਜਾਣਗੇ, ਇਹਦੇ 'ਚ ਇਹ ਨਹੀਂ ਕਿ ਮੈਂ ਵੀ ਛੋਟਾ ਫਨਕਾਰ ਹਾਂ, ਇੱਕ ਵੱਡਾ ਫਨਕਾਰ ਹੈ, ਉਹ ਵੀ ਵੱਡਾ ਫਨਕਾਰ। ਫਨਕਾਰ ਜਿਹੜਾ ਹੁੰਦਾ ਨਾ, ਫਨਕਾਰ ਹੀ ਗਿਣਿਆ ਜਾਂਦਾ, ਉਹਦੇ 'ਚ ਛੋਟਾ ਜਾਂ ਵੱਡਾ ਨਹੀਂ ਹੁੰਦਾ। ਜਦੋਂ ਚੈਨਲ 'ਤੇ, ਟੀਵੀ 'ਤੇ, ਫਿਲਮ 'ਤੇ, ਰੇਡੀਓ 'ਚ ਕਿਤੇ ਵੀ ਤੁਸੀਂ ਗੱਲਬਾਤ ਸੁਣਦੇ ਹੋ ਅਤੇ ਜਾਂ ਸਕਰੀਨ 'ਤੇ ਉਹਨੂੰ ਦੇਖਦੇ ਹੋ, ਉਹਦੇ ਵਿੱਚ ਦੋ ਬੰਦੇ ਗੱਲ ਕਰ ਰਹੇ ਨੇ ਤਾਂ ਉਹ ਬੈਲੈਂਸ 'ਤੇ ਹੁੰਦਾ, ਉਹਦੇ 'ਚ ਕੋਈ ਵੱਡਾ ਛੋਟਾ ਨਹੀਂ ਹੁੰਦਾ। ਉਹ ਫਨਕਾਰ ਹੀ ਗਿਣੇ ਜਾਂਦੇ ਨੇ। ਫਨਕਾਰ ਗੱਲ ਨਾਲ ਵੱਡਾ ਹੁੰਦਾ, ਕੰਮ ਨਾਲ ਵੱਡਾ ਹੁੰਦਾ। ਅਤੇ ਇਸੇ ਤਰ੍ਹਾਂ ਹੀ ਚੈਨਲ ਵੀ ਨੇ, ਇਹ ਆਪਣੇ ਕੰਮ ਨਾਲ ਵੱਡੇ ਹੁੰਦੇ ਨੇ। ਕਈ ਚੈਨਲ ਐਸੇ ਨੇ ਜਿਹੜੇ ਬਹੁਤ ਨਾਮਵਰ ਹੋ ਗਏ ਨੇ ਲੇਕਿਨ ਉਹ ਹੈ ਛੋਟੇ, ਉਹਨਾਂ ਦਾ ਕੰਮ ਵੱਡਾ। ਅਤੇ ਇਸੇ ਤਰ੍ਹਾਂ ਹੀ ਜਿਹੜਾ ਵੀ ਤੁਸੀਂ ਕੰਮ ਕਰਨਾ, ਅੱਛਾ ਚੈਨਲ ਲਿਆਓ, ਅੱਛੀ ਗੱਲਬਾਤ ਕਰੋ, ਅਤੇ ਲੋਕ ਆਪ ਇਹਨੂੰ ਦੇਖਣਾ ਸ਼ੁਰੂ ਕਰ ਦੇਣ। जी जिस तरह तुहानू फनकार के सैगमेंट का पता है, फन्ने गुफ्तगू इस सैगमेंट के इस तरह ही मुहब्बत के नाल, नार्मल अंदाज के नाल, साडे मुल्क के नामवर फनकारां दे नाल जिहड़ी साडी गपशप होया करेगी। तो हुण सवालात का सिलसिला शुरू करने जी। अकरम भाई, तुसी माशाअल्लाह कई दहाइयां तो साडी फिल्म इंडस्ट्री के नाल, ड्रामा इंडस्ट्री के नाल मुंसलिक हो, तो हुण तुसी एक माशाअल्लाह बड़ा वड्डा प्रोजैक्ट करके आए हो, चल मेरा पुत 1, फिर चल मेरा पुत 2। तो कैसा तजर्बा रहा, जरा साडे नाज़रीन नूं दसो। बहुत अच्छा जी। कोई भी काम है वो छोटे तो ਵੱਡਾ ਹੁੰਦਾ। ਬੱਚਾ ਵੀ ਜਦੋਂ ਹੁੰਦਾ ਉਹ ਛੋਟਾ ਹੁੰਦਾ, ਫਿਰ ਜਵਾਨ ਹੁੰਦਾ, ਫਿਰ ਉਹ ਫੁੱਲ ਜਵਾਨੀ 'ਚ ਆਉਂਦਾ, ਫਿਰ ਉਹ ਬੁਢਾਪੇ ਵਾਲੇ ਸ਼ੁਰੂ ਹੋ ਜਾਂਦਾ। ਇਸੇ ਤਰ੍ਹਾਂ ਹੀ ਇਹ ਕੰਮ ਦੀ ਮਿਹਨਤ ਹੈ, ਕਿਸੇ ਕੰਮ ਦੀ ਵੀ ਮਿਹਨਤ ਹੈ ਨਾ ਜੀ, ਉਹਨੂੰ ਮਿਹਨਤ ਕੀਤੇ ਹੀ ਅੱਲਾਹ ਤਾਲਾ ਰੰਗ ਲਾਉਂਦਾ। ਔਰ ਤੁਸੀਂ ਨੀਅਤ ਨਾਲ ਕੰਮ ਕਰਦੇ ਰਹੋ, ਅੱਲਾਹ ਤਾਲਾ ਸਾਥ ਦਿੰਦਾ ਰਹਿੰਦਾ। ਅਤੇ ਫਰਕ ਇਹਦੇ 'ਚ ਕੋਈ ਨਹੀਂ ਹੁੰਦਾ। ਜਦੋਂ ਬੰਦਾ ਕੰਮ ਕਰਨ ਲੱਗ ਪੈਂਦਾ ਨਾ, ਉਹ ਕੰਮ ਸਮਝ ਕੇ ਕੰਮ ਕਰ ਦਿੰਦਾ। ਅੱਗੇ ਇੱਜ਼ਤ ਅੱਲਾ ਨੇ ਦੇਣੀ ਹੁੰਦੀ ਕਿ ਉਹ ਕੀ ਇੱਜ਼ਤ ਅੱਲਾ ਦਿੰਦਾ, ਜਿਹਦੇ ਨਸੀਬਾਂ 'ਚ ਲਿਖੀ ਉਹਨੂੰ ਮਿਲਣੀ ਹੁੰਦੀ। ਔਰ ਕੰਮ ਸਾਰੇ ਹੀ ਕਰਦੇ ਨੇ ਅਲਹਮਦੁਲਿਲਾ। ਅਸੀਂ ਇਹ ਨਹੀਂ ਕਿ ਅਸੀਂ ਬਹੁਤ ਜ਼ਿਆਦਾ ਕੰਮ ਕੀਤਾ ਜਾਂ ਬਹੁਤ ਅੱਛਾ ਕੀਤਾ। ਮੈਂ ਤਾਂ ਆਪਣੇ ਆਪ ਨੂੰ ਇਹ ਕਹਾਂਗਾ ਕਿ ਮੈਂ ਹਾਲੇ ਕੁਛ ਵੀ ਨਹੀਂ ਕੀਤਾ, ਅਜੇ ਤਾਂ ਸਿੱਖ ਰਹੇ ਹਾਂ। ਇਹ ਕੰਮ ਸਾਡਾ ਐਸਾ ਕਿ ਸਾਰੀ ਜ਼ਿੰਦਗੀ ਸਿੱਖਦੇ ਹੀ ਲੰਘ ਜਾਂਦੀ। ਬੰਦੇ ਨੂੰ ਕੰਮ ਪੂਰਾ ਨਹੀਂ ਹੁੰਦਾ, ਨਾ ਹੀ ਕੰਮ ਕਰ ਸਕਦਾ ਬੰਦਾ। तो माशाअल्लाह नाज़रीन ये जानना चाहते हैं कि तुसी एक बूटे का किरदार किया, बूटा गालां कढ़दा है, पूरी दुनिया के उत्ते ज़बान ज़दे आम के उत्ते किरदार आया। एक डायलॉग है जिहड़ा हर बच्चे ने, हर वड्डे ने इहदे तो इंटरटेन होए, उन्होंने मज़ा लिया, उन्होंने चेहरे ते मुस्कुराहट आईयां। और इस हालात दे विच जिथे सारी दुनिया परेशान है, तो ज़रा दसो अपने किरदार के बारे। ਉਹਦੇ ਵਿੱਚ ਆ ਕੇ ਉਹ ਮੁਬੀਨ ਭਾਈ ਜਿਹੜਾ ਕਿਹਾ ਕਿ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ, ਉਹ ਲੋਕਾਂ ਨੂੰ ਪਸੰਦ ਇਸ ਲਈ ਆਇਆ ਕਿ ਉਹਦੇ 'ਚ ਗਾਲ ਕੱਢੀ ਨਹੀਂ। ਗਾਲ ਇਸ ਲਈ ਨਹੀਂ ਕੱਢੀ ਕਿ ਜਿਹੜਾ ਕੰਮ ਨਹੀਂ ਅੱਛਾ ਲੱਗਦਾ ਉਹਨੇ ਇਹ ਕਿਹਾ ਕਿ ਯਾਰ ਇਹ ਕੰਮ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ। ਉਹ ਗਾਲ ਕੱਢੀ ਨਹੀਂ ਗਈ, ਲੇਕਿਨ ਇੱਕ ਕੰਟੀਨਿਊਟੀ, ਇੱਕ ਗੱਲ ਬਣਾਈ ਗਈ, ਉਹ ਕੀਤੀ ਗਈ। ਜਦੋਂ ਕਰ ਰਹੇ ਸੀ ਸਾਨੂੰ ਵੀ ਨਹੀਂ ਸੀ ਪਤਾ ਕਿ ਲੋਕਾਂ ਨੇ ਇੰਨੀ ਪਸੰਦ ਕਰ ਲੈਣੀ ਜਾਂ ਲੋਕਾਂ ਨੂੰ ਇੰਨੀ ਅੱਛੀ ਲੱਗੇਗੀ ਗੱਲ। ਕੋਈ ਵੀ ਚੀਜ਼ ਹੈ ਨਾ ਜੀ, ਅਗਰ ਤੁਹਾਨੂੰ ਘਰ ਦਾ ਵੱਡਾ ਹੈ ਜਾਂ ਕੋਈ ਬਾਬਾ ਐਸਾ ਹੁੰਦਾ, ਬਾਬੇ ਦੇ ਖਿਲਾਫ ਜਾਂ ਬਾਬੇ ਦੇ ਨਾ ਪਸੰਦ ਜਿਹੜੀ ਗੱਲ ਹੁੰਦੀ ਹੈ ਤਾਂ ਉਹ ਇਹ ਕਹਿੰਦਾ ਕਿ ਯਾਰ ਇਹ ਚੁੱਕ ਲਓ। ਫਿਰ ਕਹਿੰਦੇ ਹੋ ਕਿ ਬਾਬਾ ਬੋਲਦਾ ਜਾਂ ਬਾਬਾ ਗਾਲਾਂ ਕੱਢਦਾ ਜਾਂ ਬਾਬਾ ਇੰਝ ਕਰਦਾ। ਉਹ ਐਵੇਂ ਇੱਕ ਜ਼ੇਨ ਦੇ ਵਿੱਚ ਕੰਟੀਨਿਊਟੀ ਰੱਖ ਕੇ ਇਹ ਹੱਥ ਪਾਇਆ ਇਹਨੂੰ ਕਿ ਯਾਰ ਚਲੋ ਇਹ ਕਰਕੇ ਦੇਖੀਏ। ਉਹ ਅੱਲਾ ਨੇ ਬੜਾ ਸੋਹਣਾ ਕੰਮ ਕੀਤਾ। ਬੜਾ ਉਹ ਮਤਲਬ ਕਿ ਜਿੱਧਰ ਵੀ ਜਾਈਏ ਲੋਕਾਂ ਨੂੰ ਇੰਨੀ ਕੁ ਅੱਛੀ ਲੱਗੀ, ਇੰਨਾ ਕੁ ਪਸੰਦ ਕੀਤੀ ਗਈ।
ਪੂਰੇ ਓਵਰਸੀਜ਼ 'ਚ ਪੂਰੇ ਪੰਜਾਬ 'ਚ, ਯਾਨੀ ਕਿ ਪੰਜਾਬ ਹੀ ਇੱਧਰ ਦਾ ਜਾਂ ਉੱਧਰ ਦਾ, ਬੜੀ ਪਸੰਦ ਕੀਤੀ ਗਈ, ਬਹੁਤ ਜ਼ਿਆਦਾ ਪਸੰਦ ਕੀਤੀ ਗਈ ਦੋਨਾਂ ਪੰਜਾਬਾਂ ਦੇ ਵਿੱਚ। ਲੇਕਿਨ ਇਸ ਫਿਲਮ ਨੇ ਇੱਕ ਸਬਕ ਦਿੱਤਾ, ਜਿਹੜੀ ਸਾਡੇ ਦਿਲਾਂ ਦੇ ਵਿੱਚ ਨਫ਼ਰਤ ਸੀ ਇੱਕ ਦੂਸਰੇ ਦੇ ਬਾਰੇ ਭਰੀ ਸੀ ਕਿ ਯਾਰ ਉਹ ਇਸ ਤਰ੍ਹਾਂ ਦੇ ਨੇ, ਅਸੀਂ ਇੱਧਰ ਇਹ ਕਰਨੇ, ਉਹ ਉੱਧਰ ਇਹ ਕਰ ਰਹੇ, ਉਹਦੇ ਵਿੱਚ ਆ ਕੇ ਅਸੀਂ ਇੱਕ ਦੂਜੇ ਨੂੰ ਕਲੋਜ਼ ਹੋ ਗਏ। ਇੰਨਾ ਕੁ ਪਿਆਰ ਵਧਿਆ ਕਿ ਫਿਲਮ ਤੋਂ ਬਾਅਦ ਨਾ ਜੀ ਉਹ ਨਫ਼ਰਤ ਖਤਮ ਹੋ ਗਈ, ਦਿਲਾਂ 'ਚੋਂ ਨਫ਼ਰਤ ਖਤਮ ਹੋ ਗਈ, ਸਾਡਿਆਂ 'ਚੋਂ ਵੀ ਉਹਨਾਂ ਦਿਆਂ 'ਚੋਂ ਵੀ। ਜਿੰਨੇ ਵੀ ਆਉਣ ਵਾਲੇ ਬੱਚੇ ਨੇ, ਉਹ ਮੇਰਾ ਖਿਆਲ ਅਗਰ ਕੋਈ ਛੋਟਾ ਜਿਹਾ ਬੱਚਾ ਨਾ ਤਾਂ ਜਿਹਨੂੰ ਹੋਸ਼ ਹੈ ਜਾਂ ਥੋੜ੍ਹੀਆਂ ਗੱਲਾਂ ਵੀ ਕਰਦਾ ਨਾ, ਉਹ ਵੀ ਇਹੋ ਹੀ ਕਹਿੰਦਾ ਕਿ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ। ਉਹ ਨਾ ਜਦੋਂ ਜਵਾਨ ਹੋਣਾ, ਫਿਰ ਵਡੇਰਿਆ ਹੋਣਾ, ਅੱਲਾ ਉਹਨਾਂ ਦੀ ਜ਼ਿੰਦਗੀ ਕਰੇ, ਕਿਸੇ ਨੇ ਕੋਈ ਅਫਸਰ ਬਣ ਜਾਣਾ, ਕਿਸੇ ਨੇ ਕੁਛ ਬਣ ਜਾਣਾ, ਉਹਨੂੰ ਉਹ ਯਾਦ ਰਹੇਗਾ 40 50 ਸਾਲ 60 ਸਾਲ 70 ਸਾਲ ਜਿੰਨੀ ਦੇਰ ਉਹਦੀ ਜ਼ਿੰਦਗੀ, ਉਹਨੂੰ ਯਾਦ ਰਹੇਗਾ। ਇਹ ਇੱਕ ਐਸੀ ਚੀਜ਼ ਹੁੰਦੀ ਹੈ ਕਿ ਜਿਹੜੀ ਲੋਕਾਂ ਨੂੰ ਨਾ ਭੁੱਲਣ ਵਾਲੀ ਹੁੰਦੀ। ਔਰ ਇਨਸ਼ਾਅੱਲਾ ਇਹ ਜਿੰਨੀ ਦੇਰ ਅੱਗੋਂ ਪਾਰਟ 2 ਵੀ ਰਿਲੀਜ਼ ਹੋਏਗੀ, ਨੈੱਟ 'ਤੇ ਆਏਗੀ, ਲੋਕਾਂ ਨੂੰ ਬੜੀ ਅੱਛੀ ਲੱਗੇਗੀ, ਬੜੀ ਪਸੰਦ ਕੀਤੀ ਜਾਏਗੀ। ਉਹਦੇ 'ਤੇ ਬੜੀ ਮਿਹਨਤ ਹੋਈ। ਅਗਰ ਪਹਿਲੀ ਲੋਕਾਂ ਨੇ ਇੰਨੀ ਪਸੰਦ ਕੀਤੀ ਔਰ ਦੂਸਰੀ 'ਤੇ ਇੰਨੀ ਮਿਹਨਤ ਨਾ ਕਰਦੇ ਤਾਂ ਉਹ ਅੱਛੀ ਨਹੀਂ ਸੀ ਲੱਗਣੀ। ਉਹਦੇ 'ਤੇ ਇੰਨੀ ਮਿਹਨਤ ਹੋਈ, ਇੰਨੇ ਮਤਲਬ ਕਿ ਸਲਾਹ ਨਾਲ ਕੰਮ ਹੋਇਆ, ਇੱਕ ਸੀਨ ਦੇ ਉੱਤੇ ਬੜੀ ਮਿਹਨਤ ਕੀਤੀ। ਔਰ ਉਹ ਪਹਿਲੀ ਅਗਰ ਕਿਸੇ ਨੂੰ 4 ਆਨੇ ਜਾਂ 8 ਆਨੇ ਅੱਛੀ ਲੱਗੀ ਹੈ ਨਾ ਜੀ, ਉਹ 1 ਰੁਪਇਆ ਅੱਛੀ ਲੱਗੇਗੀ। ਉਹ ਤੀਸਰੀ ਦੇ ਬਾਰੇ ਸੋਚਣ ਦੇ ਨੇ ਕਿ ਯਾਰ ਇਹਦੇ ਤੋਂ ਅੱਛੀ ਹੁਣ ਕੀ ਬਣਾਉਣੀ। ਮਤਲਬ ਕਿ ਉਹਨਾਂ ਨੇ ਓਵਰਸੀਜ਼ ਦੇ ਵਿੱਚ ਨੰਬਰ 1 ਮਾਰਿਆ ਇਹਨੇ, ਅਲਹਮਦੁਲਿਲਾ। ਇਹ ਜਿੰਨੀਆਂ ਫਿਲਮਾਂ ਉੱਥੇ ਸ਼ਾਹਰੁਖ ਖਾਨ ਦੀਆਂ, ਅਮਰ ਖਾਨ ਦੀਆਂ ਆਸਟ੍ਰੇਲੀਆ ਦੇ ਵਿੱਚ ਜਿੰਨੀਆਂ ਵੀ ਲੱਗੀਆਂ, ਕਿਸੇ ਦੀਆਂ ਵੀ ਲੱਗੀਆਂ, ਇੰਨਾ ਬਿਜ਼ਨਸ ਨਹੀਂ ਕੀਤਾ ਜਿੰਨਾ ਇਹਨੇ ਕੀਤਾ। ਔਰ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤੀ ਗਈ। ਆਸਟ੍ਰੇਲੀਆ 'ਚ ਨੰਬਰ 1 ਮਾਰਿਆ ਨੇ, ਓਵਰਸੀਜ਼ 'ਚ ਨੰਬਰ 1 ਮਾਰਿਆ। ਲੇਕਿਨ ਕੁਛ ਮੁਲਕ ਐਸੇ ਹੈ ਸੀ ਜਿੱਥੇ ਬਹੁਤ ਅੱਛੀ ਗਈ। ਮਤਲਬ ਕਿ ਉਹਨਾਂ ਫਿਲਮਾਂ 'ਚੋਂ ਜਿਨ੍ਹਾਂ 'ਤੇ ਇੰਨੇ ਕਰੋੜ ਰੁਪਇਆ ਲੱਗਦਾ, ਇੱਕ ਛੋਟੀ ਜਿਹੀ ਪ੍ਰੋਡਕਸ਼ਨ, ਮਤਲਬ ਉਹਨਾਂ ਫਿਲਮਾਂ ਦੇ ਹਿਸਾਬ ਨਾਲ ਛੋਟੀ ਸੀ ਪ੍ਰੋਡਕਸ਼ਨ, ਸਾਡੇ ਇੱਧਰ ਦੇ ਹਿਸਾਬ ਨਾਲ ਬਹੁਤ ਮਹਿੰਗੀ ਪ੍ਰੋਡਕਸ਼ਨ। ਉਹਨੇ ਪੈਸੇ ਬਹੁਤ ਜ਼ਿਆਦਾ ਅੱਛੇ ਪੂਰੇ ਕੀ ਅਲਹਮਦੁਲਿਲਾ, ਬਹੁਤ ਅੱਛਾ ਹੋਇਆ, ਬਹੁਤ ਹੀ ਅੱਛਾ ਹੋਇਆ। ਉਹਦੇ ਵਿੱਚ ਅੱਛਾ ਹੋਣ ਦੇ ਨਾਲ ਉਹਨਾਂ ਨੇ ਅੱਗੋਂ ਵੀ ਫਿਲਮਾਂ ਸ਼ੁਰੂ ਕੀਤੀਆਂ, ਅੱਗੋਂ ਵੀ ਫਿਲਮਾਂ ਦਾ ਆਫਰ ਹੋਈ, ਸਾਰੇ ਦੋਸਤ ਜਿੰਨੇ ਵੀ ਸਨ ਸਾਰਿਆਂ ਨੂੰ। ਲੇਕਿਨ ਅਸੀਂ ਉਸ ਟੀਮ ਦੇ ਨਾਲ ਤੁਰੇ, ਉਹ ਟੀਮ ਦੇ ਨਾਲ ਹੀ ਤੁਰਾਂਗੇ ਇਨਸ਼ਾਅੱਲਾ। ਕੰਮ ਕਰਾਂਗੇ ਇੰਡਸਟਰੀ ਦੇ ਵਿੱਚ, ਸਾਰਿਆਂ ਦੇ ਕਰਨਾ ਹੀ ਹੁੰਦਾ, ਆਰਟਿਸਟ ਨੇ ਹੋਰ ਕੀ ਕਰਨਾ ਹੁੰਦਾ। ਅਤੇ ਜਿਹੜਾ ਅੱਛਾ ਕੰਮ ਕਰੇ ਉਹਦੇ ਨਾਲ ਤੁਰੋ। ਮੈਂ ਤਾਂ ਇਹੀ ਕਹਾਂਗਾ ਕਿ ਜਿਹੜਾ ਅੱਛਾ ਕੰਮ ਕਰਦਾ, ਕੋਸ਼ਿਸ਼ ਹੁੰਦੀ ਹੈ ਆਪਣੀ ਡਰਾਮੇ 'ਚ ਵੀ, TV 'ਤੇ ਵੀ, ਕਿ ਯਾਰ ਜਿਹੜੀ ਗੱਲ ਮੂੰਹ 'ਚੋਂ ਨਿਕਲੇ ਕਿਸੇ ਧੀ ਭੈਣ ਨੂੰ ਬੁਰੀ ਨਾ ਲੱਗੇ, ਅਤੇ ਉਹ ਗੱਲ ਕਰੋ ਜਿਹੜੀ ਆਪਣੀ ਮਾਂ ਭੈਣ ਧੀ ਬੈਠ ਕੇ ਦੇਖ ਸਕੇ। ਉਸ ਗੱਲ 'ਚ ਬਹੁਤ ਮਜ਼ਾ। ਔਰ ਇਹ ਤੁਸੀਂ ਦੇਖਿਆ ਵੀ ਹੈ ਕਿ ਮੇਰੇ ਕਰਦਿਆਂ ਕਿੱਥੇ ਤੱਕ ਪਹੁੰਚ ਗਏ। ਅੱਛੀ ਚੀਜ਼ ਦੀ ਜ਼ਿੰਦਗੀ ਹੈ, ਬੁਰੀ ਚੀਜ਼ ਦੀ ਜ਼ਿੰਦਗੀ ਨਹੀਂ ਹੈ, ਅਤੇ ਅੱਛਾ ਹੀ ਰਹਿਣਾ ਚਾਹੀਦਾ ਬੰਦੇ। जी बूटा साहब, आवाम यह भी जानना चाहती है कि बूटा ने आगाज़ कित्थों किया, इस बूटे ने, इस अकरम उदास ने गुजरावाले दे विच किस तरह आगाज़ किया इस काम का, थिएटर दे विच आए तो फिर अज एड्डा वड्डा स्टार जिहड़ा साडे पाकिस्तान दा फखर है, जिहड़ा दुनिया दा फखर है। तो हर आवाम तुहाडे बारे जानना चाहती है कि सारा किस तरह मेहनत की, मुहब्बत की, फिर लोगों ने तुहाडे नाल फिर इस मुकाम ते पहुँचे। ज़रा सानू उस बारे दसो। मैं पाकिस्तान पहले तो नंबर ते जो पाकिस्तानी गिनिया जाता सी, जो बाहर जाने पाकिस्तानी गिनिया जाता है बंदा कि यार वो नहीं होंगे किहड़े मुल्क, उन्हें सिर्फ ये पूछना कितों जी पाकिस्तान। उन्होंने ये कहना ही नहीं पैंदा कि यार असीं फलाने शहर दे हैं, फलाने जगह दे। गिनिया पाकिस्तान जाता ना, पाकिस्तान का नाम ही रोशन होंदा है। कोई पाकिस्तानी टीम का अच्छा खिलाड़ी खेल रहा तो नहीं कहना कि यार पाकिस्तानी। फनकार भी इस तरह ही, उन्होंने कहना जी पाकिस्तानी फनकार। पाकिस्तान च रहने वाले मैं सिर्फ ये दसांगा कि जी मेरी रहायश जी बेसिकल वो गुजराले तो रावली मेरी रहायश है, और उत्थे दा मैं रहने वाला जिमीदार बंदा, मैं राजपूत बरादरी नाल मेरा तल्लक है। और एवें ही शौकीया तौर पर पिया इस काम च आ गया, इस काम च आके तो काम करना शुरू किया, काम का मज़ा आया। मेरी शुरू तो आदत सी कि करैक्टर दे नाल खेलना ना, करैक्टर दे नाल ही
ਕਰੈਕਟਰ 'ਚ ਰਹਿ ਕੇ ਗੱਲ ਕਰਨੀ। ਉਹ ਲੋਕਾਂ ਨੇ ਬੜਾ ਪਸੰਦ ਕੀਤਾ। ਆਸਤਾ ਆਸਤਾ ਲੋਕਲ ਕਰਦੇ ਕਰਦੇ ਡਰਾਮੇ ਗੁਜਰਾਂਵਾਲੇ ਤੋਂ ਸ਼ੁਰੂ ਕੀਤਾ, ਫਿਰ ਅੱਗੇ ਜਿਹੜੇ ਸ਼ਹਿਰ ਗਏ ਆ ਕਰਦਿਆਂ ਇੱਕ ਦਿਲੀ ਖੁਆਇਸ਼ ਸੀ ਕਿ ਯਾਰ ਲਾਹੌਰ ਕੰਮ ਕਰੀਏ। ਲਾਹੌਰ ਕੰਮ ਕੀਤਾ। ਸੇਲ ਸਾਹਿਬ ਟੀਮ ਬੜੀ ਅੱਛੀ ਵੱਡੀ ਟੀਮ ਸੀ, ਉਹਦੇ ਵਿੱਚ ਸੇਲ ਸਾਹਿਬ ਨੇ ਬਹੁਤ ਅੱਛਾ ਮੈਨੂੰ ਪਿਆਰ ਕੀਤਾ। ਵੱਡੇ ਸਨ, ਸੀਨੀਅਰਸ, ਉਹਨਾਂ ਨੇ ਪਿਆਰ, ਉਹਨਾਂ ਦੀ ਮੁਹੱਬਤ। ਉਹਨਾਂ ਨੇ ਜਦੋਂ ਕਰੈਕਟਰ ਸ਼ੁਰੂ ਕੀਤਾ ਰੈਸਲਾਂ ਦੇ ਵਿੱਚ ਸਭ ਨੇ ਮਜ਼ਾ ਲਿਆ। ਕਵੀ ਖਾਨ ਸਾਹਿਬ, ਮਾਨੂੱਲਾ ਸਾਹਿਬ, ਅੱਲਾ ਜਿੰਨਾਂ ਨੂੰ ਨਸੀਬ ਕਰੇ, ਮਸਤਾਨਾ ਸਾਹਿਬ, ਕਾਫੀ ਵੱਡੀ ਟੀਮ ਦੇ ਨਾਲ ਮਾਨਨ ਚੰਦ ਸਾਹਿਬ, ਸਖਾਵਤ ਨਾਥ ਸਾਹਿਬ, ਕਾਫੀ ਅੱਛੀ ਟੀਮ, ਬਹੁਤ ਅੱਛੀ ਟੀਮ ਸੀ। ਉਹਦੇ ਵਿੱਚ ਕੰਮ ਕੀਤਾ, ਬੜਾ ਮਜ਼ਾ ਆਏਗਾ। ਪਾਰਟ 2 ਉਹਦੇ ਵਿੱਚ ਨਿਕਾਹ ਖਾਨ ਦਾ ਰੋਲ ਕੀਤਾ। ਸੇਲ ਸਾਹਿਬ ਨੇ ਬੜਾ ਪਿਆਰ ਕੀਤਾ, ਉਹਨਾਂ ਨੇ ਤੁਸੀਂ ਜਾਣਾ ਨਹੀਂ, ਇੱਥੇ ਹੀ ਕਰਨਾ। ਉਹਨਾਂ ਨੇ ਇਸ ਤਰ੍ਹਾਂ ਪਿਆਰ ਮੁਹੱਬਤ ਕੀਤਾ, ਲੱਗੇ ਹੀ ਨਾ ਕਿ ਯਾਰ ਇਹ ਤਾਂ ਭਰਾ ਨੇ, ਇਹਨਾਂ ਨੇ ਕੰਮ ਕਰਕੇ ਮਜ਼ਾ। ਔਰ ਪਹਿਲੇ ਦਿਨ ਜਿੱਦਣ ਖੜੇ ਆ ਨਾਲ, ਅਜੇ ਵੀ ਉਹਨਾਂ ਦਾ ਡਰ ਖੌਫ ਸਾਡੇ ਜ਼ਿਹਨ 'ਚ, ਸਾਡੇ ਦਿਲ 'ਚ ਹੈਗਾ, ਲੇਕਿਨ ਉਹਨਾਂ ਨੇ ਪਿਆਰ ਮੁਹੱਬਤ ਇਹੋ ਜਿਹਾ ਕੀਤਾ, ਸਾਨੂੰ ਲੱਗਾ ਕਿ ਯਾਰ ਮਿਲ ਕੇ ਕੰਮ ਕਰੀਏ। ਔਰ ਉਹ ਸਮਝ ਗਏ ਕਿ ਯਾਰ ਕੰਮ ਵਾਲੇ ਬੰਦੇ ਨੇ, ਕੰਮ ਕਰਨਗੇ। ਫਿਰ ਉਹਨਾਂ ਨੇ ਕੰਮ ਸਾਡੇ ਕੋਲ ਕਰਾਇਆ, ਬੜਾ ਅੱਛਾ ਕਰਾਇਆ। ਬੜੇ ਕਾਲੀ ਚਾਦਰ, ਹਾਰਡ ਪਾਰਟ, ਕਈ ਡਰਾਮੇ ਫਿਰ ਐਸੇ ਆਏ ਜਿਹੜੇ ਮਿਸਾਲ ਬਣੇ। ਇਸ ਤਰ੍ਹਾਂ ਹੀ ਕਰਦਿਆਂ ਫਿਰ ਫਿਲਮਾਂ ਤੱਕ ਪਹੁੰਚ ਗਿਆ। ਉਹ ਅੱਜ ਅੱਲਾ ਦਾ ਸ਼ੁਕਰ ਹੈ ਕਿ ਅਕਰਮ ਉਦਾਸ ਘਰੋਂ ਅਕਰਮ ਬਣ ਕੇ ਤੁਰੇ ਹਾਂ, ਫਿਰ ਉਦਾਸ ਬਣ ਗਏ। ਫਿਰ ਉਹ ਕਰੈਕਟਰ ਦੇ ਨਾਲ ਲੋਕੀ ਜ਼ਿਆਦਾ ਅੱਜ ਕੱਲ੍ਹ ਬੂਟਾ ਸਮਝਦੇ, ਲੇਕਿਨ ਨਾ ਜਿਹੜਾ ਉਹ ਇਹ ਹੁੰਦਾ 4 ਦਿਨ ਹੁੰਦਾ ਬੰਦੇ ਦਾ ਜਿਹੜਾ ਕਰੈਕਟਰ ਹਿੱਟ ਹੋਇਆ, ਉਸ ਤੋਂ ਛੇੜਦੇ ਵੀ ਨੇ ਲੋਕ। ਡਰਾਮਿਆਂ ਦੇ ਵਿੱਚ ਛੇੜਖਾਨੀ ਹੁੰਦੀ, ਫਿਲਮਾਂ 'ਚ ਕੀ ਛੇੜਨਾ, ਸਕਰੀਨ 'ਤੇ ਕੀ ਛੇੜਨਾ, ਜਿਹੜੀ ਲਾਈਵ ਚੀਜ਼ ਹੁੰਦੀ ਉਹਦੇ 'ਤੇ ਜ਼ਿਆਦਾ ਲੋਕ। ਲੇਕਿਨ ਅਲਹਮਦੁਲਿਲਾ ਜਿੱਥੇ ਵੀ ਗਏ ਹਾਂ ਬੜੀ ਅੱਲਾ ਨੇ ਇੱਜ਼ਤ ਦਿੱਤੀ। ਗੁਜਰਾਂਵਾਲੇ ਵੀ, ਫਿਰ ਜਿੱਥੇ ਵੀ ਗਏ ਹਾਂ ਦੁਨੀਆ, ਪੂਰੀ ਦੁਨੀਆ ਦੇ ਵਿੱਚ ਜਿਹੜੇ ਮੁਲਕ ਵੀ ਗਏ ਅੱਲਾ ਨੇ ਬੜੀ ਇੱਜ਼ਤ ਦਿੱਤੀ। ਜੀ ਅਕਰਮ ਭਾਈ, ਜਦੋਂ ਤੁਸੀਂ ਪਹਿਲਾਂ ਆਪਣੇ ਫੈਨਸ ਨੂੰ ਮਿਲਦੇ ਸੀ ਚੱਲ ਮੇਰਾ ਪੁੱਤ ਤੋਂ ਪਹਿਲਾਂ, ਜਾਂ ਉਸ ਤੋਂ ਬਾਅਦ ਜਦੋਂ ਤੁਸੀਂ ਮਾਸ਼ਾਅੱਲਾ ਇੱਕ ਕਾਮਯਾਬ ਸਿਨੇਮੇ ਦੀ ਬਿਹਤਰੀਨ ਬਰਸਗੀਰ ਦੀ ਇੱਕ ਪਾਕੋ ਹਿੰਦੀ ਮੂਵੀ ਕਰਕੇ ਆਏ ਹੋ ਜਿਹੜੀ ਮੁਸ਼ਤਰਕਾ ਸੀ, ਅਤੇ ਉਸ ਤੋਂ ਬਾਅਦ ਮੁਹੱਬਤ ਕੀ ਮਿਲਦੀ ਹੈ ਪਾਕਿਸਤਾਨ ਦੇ ਵਿੱਚੋਂ? ਉਸ ਪਿਆਰ ਮੁਹੱਬਤ ਕਿੰਨਾ ਕੁ ਵਧਾ ਹੋਇਆ ਹੈ, ਕਿੰਨੀ ਕੁ ਵੱਧ ਹੋਈ ਹੈ ਮੁਹੱਬਤ? ਤੁਸੀਂ ਇਸ ਚੀਜ਼ ਨੂੰ ਕਿੰਨਾ ਕੁ ਕੋਈ ਸਾਨੂੰ ਦੱਸੋਗੇ? ਕਿਤੇ ਫੈਨਸ ਨੇ ਤੰਗ ਕੀਤਾ ਹੋਵੇ? ਨਹੀਂ, ਤੰਗ ਕੀ ਕਰਨਾ ਹੁੰਦਾ। ਫੈਨ ਜਿਹੜਾ ਹੁੰਦਾ ਨਾ ਉਹ ਤੁਹਾਡੇ ਨਾਲ ਪਿਆਰ ਕਰਦਾ। ਕੋਈ ਉਹਦੇ ਵਿੱਚ ਉਹਦੇ ਅਖਲਾਕ ਜਾਂ ਪਿਆਰ ਦੇ ਵਿੱਚ ਉਹਦੇ 'ਚ ਇਹ ਨਾ ਸਮਝੋ ਕਿ ਯਾਰ ਉਹ ਤੁਹਾਡੇ ਨਾਲ ਖਰੇ ਬਦਤਮੀਜ਼ੀ ਬੋਲਣ ਦੇ। ਕੋਈ ਮੈਨੂੰ ਅਕਰਮ ਸਾਹਿਬ ਕਰਕੇ ਬੁਲਾਉਂਦਾ, ਕੋਈ ਭਾਜੀ ਕਰਕੇ ਬੁਲਾਉਂਦਾ, ਕੋਈ ਮੈਨੂੰ ਕਹਿੰਦਾ ਜੀ ਦਾਸ ਸਾਹਿਬ ਗੱਲ ਸੁਣਿਓ, ਕੋਈ ਕਹਿਣ ਡਿਆ ਉਹ ਬੂਟੇ ਉਰੇ ਆ। ਉਹਦੇ ਬੁਲਾਉਣ ਦੇ ਵਿੱਚ ਇਹ ਨਹੀਂ ਕਿ ਬਦਤਮੀਜ਼ੀ, ਉਹਦੇ ਦਿਲ ਦੇ ਵਿੱਚ ਹੀ ਇਹ ਨਾ ਕਿ ਇਹ ਬੂਟਾ, ਇਹਨੂੰ ਕੀ ਪਤਾ, ਠੀਕ ਹੈ ਨਾ। ਉਹ ਕਰੈਕਟਰ ਜਿਹੜਾ ਦੇਖਿਆ ਹੁੰਦਾ, ਉਹ ਬੰਦਾ ਉਸ ਕਰੈਕਟਰ 'ਚ ਖੁੱਭਿਆ ਹੁੰਦਾ ਜਿਹੜਾ ਤੁਹਾਨੂੰ ਬੁਲਾ ਰਿਹਾ ਜਾਂ ਤੁਹਾਡੇ ਨਾਲ ਪਿਆਰ ਕਰ ਰਿਹਾ। ਇਹਦੇ ਵਿੱਚ ਆ ਕੇ ਉਹ ਜ਼ਰੂਰ ਪਿਆਰ, ਇੱਕ ਦੂਜੇ ਨਾਲ ਮੁਹੱਬਤ ਕਰਨੀ ਚਾਹੀਦੀ। ਪਿਆਰ ਇੱਕ ਐਸਾ ਖਜ਼ਾਨਾ, ਇਹਨੂੰ ਜਿੰਨਾ ਵੀ ਵੰਡੋਗੇ ਇਹ ਵਧੇਗਾ ਹੀ ਘਟੇਗਾ ਨਹੀਂ, ਅਤੇ ਪਿਆਰ ਵੰਡਦਿਆਂ ਰਹਿਣਾ ਚਾਹੀਦਾ ਹਰ ਵੇਲੇ। ਜਿੰਨੇ ਮਹੀਨੇ ਮੈਨੂੰ ਕੋਈ ਗੱਡੀ 'ਤੇ ਵੀ ਕਵੇ ਨਾ ਕਿ ਯਾਰ ਤਸਵੀਰ ਬਣਾਉਣੀ, ਅਤੇ ਮੈਂ ਥੱਲੇ ਉਤਰ ਕੇ ਉਹਦੇ ਨਾਲ ਬਣਵਾਉਣਾ ਕਿ ਯਾਰ ਇਹ ਮੋਟਰਸਾਈਕਲ 'ਤੇ ਜਾਂ ਸਾਈਕਲ 'ਤੇ, ਇਹਦੇ ਦਿਲ 'ਚ ਨਾ ਹੋਵੇ ਕਿ ਯਾਰ ਇਹ ਗੱਡੀ 'ਚੋਂ ਨਹੀਂ ਉਤਰਿਆ। ਅਲਹਮਦੁਲਿਲਾ ਮੈਂ ਅੱਜ ਵੀ ਉਸ ਤਰ੍ਹਾਂ ਹੀ ਮਿਲਣਾ ਜਿਵੇਂ ਪਹਿਲੇ ਮਿਲਦਾ। ਜੀ ਅਕਰਮ ਭਾਈ, ਤੁਸੀਂ ਇਹ ਦੱਸੋ, ਨਾਜ਼ਰੀਨ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਚੱਲ ਮੇਰਾ ਪੁੱਤ 1 ਆਈ, 2 ਆਈ, ਠੀਕ ਹੈ, ਅਤੇ ਉਸ ਤੋਂ ਬਾਅਦ ਕੀ ਕਰ ਰਹੇ ਹੋ ਨਵਾਂ? ਕਿਉਂਕਿ ਆਵਾਮ ਇਸ ਟਾਈਮ ਬੜੀ ਇਸ ਚੀਜ਼ ਦੇ ਬਾਰੇ ਐਕਸਾਈਟਿਡ ਹੈ ਕਿ ਬੂਟਾ ਹੁਣ ਦੁਬਾਰਾ ਕੀ ਕਰਨ ਦਿਆ ਐਸਾ ਜਿਹੜਾ ਸਾਨੂੰ ਦੁਬਾਰਾ ਉਹਨਾਂ ਇੰਟਰਟੇਨ ਕਰੇਗਾ। ਇਨਸ਼ਾਅੱਲਾ ਅੱਗੋਂ ਜਿਹੜੀ ਫਿਲਮਾਂ ਪਾਰਟ 3 ਬਣ ਗਈ ਜਾਂ ਹੋਰ 2, 3, 4 ਉਹਨਾਂ ਦੇ ਸਬਜੈਕਟ ਨੇ, ਉਹ ਅਸੀਂ ਕਰ ਰਹੇ ਹਾਂ। ਵੱਡੇ ਸਬਜੈਕਟ ਸੋਚ ਕੇ ਬੈਠੇ ਨੇ ਕਿ ਯਾਰ ਉਹ ਬੜਾ ਅੱਛਾ ਕਰ ਰਹੇ ਨੇ। ਇਹ ਸਾਡੇ ਜਿਹੜੇ ਉਹ ਫਿਲਮ ਦੇ ਜਿਹੜੀ ਇੰਟਰਟੇਨਮੈਂਟ ਰਿਦਮ ਬੁਆਏ ਜਿਹੜੀ ਇਹਨੂੰ ਪ੍ਰੋਡਕਸ਼ਨ, ਉਹ ਬੜੀ ਅੱਛੀ, ਬਹੁਤ ਅੱਛੀ ਉਹ ਕਰ ਰਹੀ ਹੈ। ਉਹ ਸਕ੍ਰਿਪਟ ਰੱਖਦੇ ਨੇ, ਰਾਈਟਰ ਬੈਠਦਾ, ਉਹ ਇੱਕ ਸੀਨ ਦੇ ਉੱਤੇ ਮਿਹਨਤ ਕਰਦੇ ਨੇ ਕਿ ਯਾਰ ਪਹਿਲੀ ਫਿਲਮ ਤੋਂ ਅੱਛੀ ਫਿਲਮ ਹੋਏਗੀ ਤਾਂ ਫਿਰ ਹੀ ਮਜ਼ਾ ਆਏਗਾ ਨਾ। ਬੜਾ ਹੀ ਪਿਆਰ ਕਰਦੇ, ਉਹ ਆਪਣੇ ਕੰਮ ਨਾਲ ਬਹੁਤ ਪਿਆਰ ਕਰਦੇ, ਕੰਮ ਨਾਲ ਇਨਸਾਫ ਬਹੁਤ ਅੱਛਾ ਕਰਦੇ, ਮਗਰੋਂ ਲਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਹਾਲਾਂਕਿ ਉਹ ਪੌਂਡਾਂ 'ਚ ਉੱਥੇ ਹੋ ਰਿਹਾ ਹੁੰਦਾ ਕੰਮ, ਕੈਮਰਾਮੈਨ ਨੇ, ਜਿੰਨੇ ਵੀ ਨੇ, ਪ੍ਰੋਡਕਸ਼ਨ ਵਾਲੇ ਨੇ, ਦੂਸਰੇ ਨੇ, ਦਿਲ ਕਰੇ ਤਾਂ ਇੱਕ ਸੀਨ ਅੱਛਾ ਨਹੀਂ ਹੋਇਆ, ਅਗਲਾ ਦਿਨ ਵੀ ਉਹਦੇ ਉੱਤੇ ਹੀ ਲਾ ਦਿੰਦੇ।
ਉਹਨਾਂ ਨੇ ਪੈਸੇ ਲਾਉਣ ਵੱਲੋਂ ਨਹੀਂ ਸੋਚਣਾ, ਉਹਨਾਂ ਨੇ ਕੰਮ ਕੱਢਣਾ ਵਿੱਚੋਂ ਕਿ ਕੰਮ ਅੱਛਾ ਨਿਕਲੇਗਾ ਤੇ ਸਾਡੀ ਫਿਲਮ ਅੱਛੀ ਹੋਏਗੀ। ਉਹਦਾ ਰਿਜ਼ਲਟ ਵੀ ਇਹ ਹੈ ਕਿ ਪੂਰੀ ਦੁਨੀਆ ਦੇ ਉੱਤੇ ਫਿਲਮ ਜਿਹੜੀ ਉਹ ਸੁਪਰ ਹਿੱਟ ਹੋਈ। ਇੰਡੀਆ ਦੇ ਵਿੱਚ ਕੰਮ ਕਰਨ ਤੋਂ ਬਾਅਦ ਅਕਰਮ ਭਾਈ ਕੋਈ ਪਾਕਿਸਤਾਨ ਦੀ ਫਿਲਮ ਇੰਡਸਟਰੀ ਤੋਂ ਆਫਰ ਹੋਈ ਜਾਂ? ਬਹੁਤ ਸਾਰੀ, ਬਹੁਤ ਜ਼ਿਆਦਾ ਹੋਈ, ਲੇਕਿਨ ਉਹ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਅਸੀਂ ਇੱਥੇ ਵੀ ਕਰ ਲਈਏ ਉੱਥੇ ਵੀ ਕਰ ਲਈਏ। ਫਿਲਮ ਕਰਨ ਗਏ ਹਾਂ ਅਸੀਂ 1 ਮਹੀਨੇ 'ਚ 2-3 ਚੱਕਰ ਇੱਥੇ ਪਾਕਿਸਤਾਨ ਦੇ ਲਾਏ ਨੇ, ਕਿਉਂਕਿ ਨਾਲ TV ਕਰ ਰਹੇ ਹਾਂ, ਉਹ ਸਾਡਾ ਇੱਕ ਆਪਣਾ ਕੰਮ ਹੈ, ਉਹ ਅਸੀਂ ਕਰ ਰਹੇ ਹਾਂ, ਉਹ ਨਹੀਂ ਅਸੀਂ ਛੱਡ ਸਕਦੇ। ਉਹ ਮਹੀਨੇ 'ਚ ਅਸੀਂ 12 ਦਿਨ ਦੇਣੇ ਨੇ ਉਹਨਾਂ ਨੂੰ, ਲਾਜ਼ਮੀ ਦੇਣੇ। ਉਹਦੇ ਵਿੱਚ ਆ ਕੇ ਉਹ ਫਿਰ ਥੋੜ੍ਹਾ ਕਰਕੇ ਅਸੀਂ ਜ਼ਿਆਦਾ ਨਾਲ ਰੱਖ ਲੈਂਦੇ ਹਾਂ, ਉਹ ਕੰਮ ਕਰਕੇ ਰੱਖ ਲਈਦਾ। ਜਦੋਂ ਕੋਈ ਮਹੀਨੇ ਦਾ ਸਾਨੂੰ 15 ਦਿਨ ਦਾ 20 ਦਿਨ ਦਾ ਟਾਈਮ ਮਿਲਦਾ, ਫਿਰ ਉਹਨਾਂ ਨੂੰ ਕਹੀਦਾ ਜੀ ਤੁਸੀਂ ਸ਼ੂਟਿੰਗ ਸ਼ੁਰੂ ਕਰ ਲਓ, ਇਹ ਤਰੀਕ ਤੋਂ ਇਹ ਡੇਟ ਤੱਕ ਸ਼ੁਰੂ ਕਰ ਲਓ। ਉਹਨਾਂ ਨੂੰ ਡੇਟਾਂ ਦੇ ਦਿੱਤੀਆਂ, ਉਹਨਾਂ ਡੇਟਾਂ ਦੇ ਵਿੱਚ ਅਸੀਂ ਮੈਨੇਜ ਕਰਨੇ। ਜੇ ਅਗਰ ਇਹ ਵੀ ਕਰਨ ਲੱਗ ਪਈਏ, ਇੱਥੇ ਵੀ ਕਰੀਦੀਆਂ ਨੇ, ਅਸੀਂ ਇਹ ਨਹੀਂ ਕਰੀਦੀਆਂ ਵੀ ਸਾਡਾ ਪਾਕਿਸਤਾਨ ਹੈ, ਸਾਡਾ ਇੰਡਸਟਰੀ ਹੈ, ਅਸੀਂ ਜਿੰਦਾ ਇਨਸ਼ਾਅੱਲਾ ਇਹਨੂੰ ਆਰਟਿਸਟਾਂ ਨੇ ਜਿੰਦਾ ਰੱਖਣਾ। ਕੋਸ਼ਿਸ਼ ਹੈ ਸਾਡੀ ਕਿ ਯਾਰ ਇੱਥੇ ਵੀ ਅੱਛੀ ਫਿਲਮ ਬਣੇ। ਅੱਛਾ ਇਨਸ਼ਾਅੱਲਾ ਇਹਦੇ 'ਤੇ ਡਿਸਕਸ ਹੋ ਰਹੀ ਹੈ, ਕਾਫੀ ਦੋਸਤ ਵੀ ਕਹਿ ਰਹੇ ਨੇ, ਲੇਕਿਨ ਉਹ ਅੱਛਾ ਸਬਜੈਕਟ ਵੇਖ ਕੇ ਨਾ ਜੀ ਕੋਈ ਅੱਛੀ ਚੀਜ਼ ਦੇਵਾਂਗੇ ਤਾਂ ਫਿਰ ਹੀ ਲੋਕਾਂ ਨੂੰ ਪਸੰਦ ਆਏਗੀ। ਕੁਝ ਅਫਵਾਹਾਂ ਜਾਂ ਅਖਬਾਰ ਦੇ ਵਿੱਚ ਇੱਕ ਜਿਹੜੀਆਂ ਵੀ ਖਬਰਾਂ ਲੱਗੀਆਂ ਸੀ ਕਿ ਅਕਰਮ ਉਦਾਸ ਸਾਹਿਬ ਜਿਹੜਾ ਨਾ ਆਪਣਾ ਪ੍ਰੋਡਕਸ਼ਨ ਹਾਊਸ ਬਣਾਉਣਾ ਚਾਹ ਰਹੇ ਨੇ, ਜਿਹਦੇ ਅੰਦਰ ਕੰਮ ਕਰ ਰਹੇ ਨੇ ਜਾਂ ਪਲਾਨਸ ਦੇ ਵਿੱਚ ਹੈਗਾ ਜਾਂ ਸ਼ੁਰੂਆਤ ਕਰਨ ਲੱਗੇ ਨੇ, ਕੋਈ ਇਸ ਤਰ੍ਹਾਂ ਦੀ ਗੱਲ 'ਚ ਕੋਈ ਸਦਾਕਤ ਹੈ? ਹਾਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕੁ ਟਾਈਮ ਇੱਥੇ ਹੁੰਦਾ ਸ਼ੂਟਿੰਗ ਦੇ ਆਪਣਾ TV ਦੀ ਜਿਹੜੀ ਰਿਕਾਰਡਿੰਗ ਹੁੰਦੀ ਉਹਦੇ ਤੋਂ ਬਾਅਦ ਜਾਂ ਸ਼ੂਟ ਤੋਂ ਬਾਅਦ ਜਿਹੜਾ ਅਸੀਂ ਕੋਈ ਟਾਈਮ ਥੋੜ੍ਹਾ ਜਿਹਾ ਬਚੇ ਅਸੀਂ ਉਹਦੇ ਵਿੱਚੋਂ ਕੱਢ ਕੇ ਤੇ ਕਰੀਏ ਸ਼ੁਰੂ ਕੋਈ ਕੰਮ। ਇਨਸ਼ਾਅੱਲਾ ਉਹ ਵੀ ਅਸੀਂ ਇੱਕ ਅੱਛਾ ਔਰ ਨਵੀਂ ਚੀਜ਼ ਇੱਕ ਦੇਣੀ ਚਾਹ ਰਹੇ ਹਾਂ। ਬਹੁਤ ਜਲਦ ਜਿਹੜੀ ਉਹਦੀ ਲਾਂਚਿੰਗ ਵੀ ਕਰਾਂਗੇ ਅਸੀਂ, ਕਿ ਉਹ ਆਪਣੇ ਜਿੰਨੇ ਵੀ ਦੋਸਤ ਨੇ ਪਿਆਰੇ ਨੇ ਚੈਨਲ ਦੇ ਥਰੂ ਦੂਜੇ ਇਸੇ ਤਰ੍ਹਾਂ ਹੀ ਉਹਨਾਂ ਨੂੰ ਦੱਸਾਂਗੇ ਕਿ ਜੀ ਅਸੀਂ ਇਸ ਡੇਟ ਤੋਂ ਇਹ ਕੰਮ ਅਸੀਂ ਸ਼ੁਰੂ ਕਰ ਰਹੇ ਹਾਂ ਔਰ ਫਿਰ ਕੰਟੀਨਿਊ ਕਰਾਂਗੇ, ਅਸੀਂ ਉਹਨੂੰ ਰੋਕਾਂਗੇ ਨਹੀਂ। ਦੇਖੋ ਜੀ, ਤੁਹਾਡੇ ਕੰਮ ਕਰਨ ਦੇ ਨਾਲ ਪਾਕਿਸਤਾਨੀ ਫਿਲਮ ਇੰਡਸਟਰੀ ਨੂੰ ਤੇ ਪਾਕਿਸਤਾਨੀ ਇੰਡਸਟਰੀ ਨੂੰ ਬੜਾ ਫਾਇਦਾ ਹੋਏਗਾ। ਦੂਸਰੇ ਨੰਬਰ 'ਤੇ ਅਕਰਮ ਸਾਹਿਬ ਤੁਸੀਂ ਇਹ ਦੱਸੋ ਕਿ ਪਾਕਿਸਤਾਨੀ ਫਿਲਮ ਇੰਡਸਟਰੀ ਦੇ ਕੰਮ ਕਰਨ ਦੇ ਅੰਦਾਜ਼ ਦੇ ਵਿੱਚ ਜਿਸ ਤਰ੍ਹਾਂ ਪ੍ਰੋਡਕਸ਼ਨ ਇੱਥੇ ਹੁੰਦੀ ਹੈ ਜਾਂ ਹਿੰਦੁਸਤਾਨ, ਇੰਡੀਆ ਤੇ ਪੰਜਾਬ ਦੇ ਨਾਲ ਤੁਸੀਂ ਕੰਮ ਕਰਕੇ ਆਏ ਹੋ, ਤੁਹਾਨੂੰ ਕੀ ਫ਼ਰਕ ਮਹਿਸੂਸ ਹੁੰਦਾ ਹੈ ਕਿ ਉਹ ਆਪਣੇ ਨਾਲੋਂ ਅੱਛਾ ਕੰਮ ਕਿਸ ਤਰ੍ਹਾਂ ਕਰ ਰਹੇ ਨੇ, ਜਾਂ ਸਕ੍ਰਿਪਟ ਜ਼ਿਆਦਾ ਮਜ਼ਬੂਤ ਹੈ, ਪ੍ਰੋਡਕਸ਼ਨ ਜ਼ਿਆਦਾ ਅੱਛੀ ਕਰ ਰਹੇ ਨੇ, ਜਾਂ ਸਾਡੇ ਪਾਕਿਸਤਾਨ ਦੇ ਵਿੱਚ ਟੈਲੈਂਟ ਦੀ ਤਾਂ ਕਮੀ ਨਹੀਂ ਲੇਕਿਨ ਉਸ ਤਰ੍ਹਾਂ ਦਾ ਕੰਮ ਕਿਉਂ ਨਹੀਂ ਹੋ ਰਿਹਾ? ਨਹੀਂ, ਹੁਣ ਆ ਕੇ ਕਾਫੀ ਫਰਕ ਪੈ ਗਿਆ। ਹੁਣ ਸਾਡੇ ਪੜ੍ਹੇ ਲਿਖੇ ਮੁੰਡੇ ਆ ਗਏ, ਪੜ੍ਹੇ ਲਿਖੇ ਜਿੰਨੇ ਵੀ, ਇਹ ਪਹਿਲੇ ਸੀ ਥੋੜ੍ਹਾ ਜਿਹਾ ਨਾ ਜੀ, ਅੱਜ ਤੋਂ ਕੋਈ 10 ਸਾਲ 15 ਸਾਲ ਪਹਿਲੇ ਸੀ ਕਿ ਫਿਲਮ ਜਿਹੜੀ ਫੜ ਕੇ ਬਣਾ ਛੜੀ ਜਿਵੇਂ ਦੀ ਬਣੀ। ਹੁਣ ਆ ਕੇ ਬੜਾ ਫਰਕ ਪੈ ਗਿਆ ਨਾ। ਹੁਣ ਇਹ ਕੈਮਰੇ ਅੱਛੇ ਆ ਗਏ, ਮੁੰਡੇ ਪੜ੍ਹ ਲਿਖ ਕੇ ਆ ਗਏ, ਡਾਇਰੈਕਟਰ ਆ ਗਿਆ, ਜਿਹੜਾ ਲਿਖ ਰਿਹਾ ਫਿਲਮ ਉਹ ਬੜਾ ਅੱਛਾ, ਰਾਈਟਰ ਜਿਹੜੇ ਨੇ ਉਹ ਅੱਛੇ ਨੇ, ਮੁੰਡੇ ਜਿੰਨੇ ਪੜ੍ਹ ਲਿਖ ਕੇ ਆਏ ਨੇ ਅੱਗੇ ਸਾਰਿਆਂ ਨੇ ਬੜੇ ਅੱਛਾ ਕੰਮ ਕਰ ਰਹੇ ਨੇ। ਇਨਸ਼ਾਅੱਲਾ ਇੱਥੇ ਵੀ ਅੱਛਾ ਕੰਮ ਹੋਏਗਾ। ਸਿਰਫ ਥੋੜ੍ਹਾ ਜਿਹਾ ਇਹ ਕਿ ਅਸੀਂ ਜਦੋਂ ਇਹਨੂੰ ਸਮਝ ਜਾਵਾਂਗੇ ਨਾ ਜੀ, ਯਾਰ ਉਹ ਸਾਡੀ ਫਿਲਮ ਤੁਸੀਂ ਦੇਖੀ ਹੋਣੀ ਚੱਲ ਮੇਰਾ ਪੁੱਤ 1 ਵੀ 2 ਵੀ, ਫਿਲਮ ਦੇ ਵਿੱਚ ਗਾਣਾ ਕੋਈ ਨਹੀਂ। ਹਾਂਜੀ, ਫਿਲਮ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੈਗੀ, ਕੋਈ ਕੱਪੜੇ ਕੋਈ ਲਿਬਾਸ ਕੋਈ ਐਸੀ ਚੀਜ਼ ਨਹੀਂ ਕਿ ਮਾਂ ਪੁੱਤਰ ਬੈਠੇ ਨਹੀਂ ਜਾਂ ਪਿਓ ਧੀ ਬੈਠੇ ਨੇ ਤੇ ਇੱਕ ਦੂਜੇ ਤੋਂ ਸ਼ਰਮਿੰਦਾ ਹੋ, ਕੋਈ ਐਸੀ ਗੱਲ ਨਹੀਂ। ਕਿ ਫਿਲਮ ਨੇ ਪੂਰੀ ਦੁਨੀਆ ਦੇ ਉੱਤੇ ਇੱਕ ਨਾਂ ਪੈਦਾ ਕੀਤਾ। ਸਿਰਫ ਵਜ੍ਹਾ ਇਹ ਹੋਈ ਹੈ ਕਿ ਫੈਮਿਲੀ ਦੇ ਵਿੱਚ ਜਦੋਂ ਫੈਮਿਲੀ ਨੂੰ ਅਸੀਂ ਲੈ ਆਉਣਾ ਨਾ ਜੀ, ਆਪਣੇ ਨਾਲ ਬਿਠਾ ਲੈਣਾ, ਉਹ ਚਾਹੇ ਫਿਲਮ ਹੈ, ਚਾਹੇ ਡਰਾਮਾ ਹੈ, ਚਾਹੇ TV, ਉਹਨੂੰ ਜਦੋਂ ਤੁਸੀਂ ਆਪਣੇ ਨਾਲ ਕਰ ਲੈਣਾ, ਉਹਨਾਂ ਦਾ ਧਿਆਨ ਜਦੋਂ ਆਪਣੇ ਵੱਲ ਪਵਾ ਲੈਣਾ ਕਿ ਫੈਮਿਲੀ ਪੂਰੀ ਦੇਖੇ ਇਹਨੂੰ, ਉਦੋਂ ਸਭ ਠੀਕ ਹੋ ਜਾਣਾ। ਉਹ ਇਹੀ ਗੱਲ ਹੈ ਕਿ TV ਡਰਾਮਾ ਜਾਂ ਦੂਸਰਾ ਡਰਾਮਾ ਸਟੇਜ ਡਰਾਮਾ ਉਹ ਸਿਰਫ ਫੈਮਿਲੀ ਪਿੱਛੇ ਹਟੀ ਹੈ, ਅਤੇ ਇਸ ਵਜ੍ਹਾ ਤੋਂ ਹਟੀ ਹੈ ਕਿ ਥੋੜ੍ਹੀ ਜਿਹੀ ਗੁਫ਼ਤਗੂ 'ਚ ਫਰਕ ਪੈ ਗਿਆ ਸੀ, ਰਿਸ਼ਤਿਆਂ 'ਚ ਫਰਕ ਪੈ ਗਿਆ ਸੀ। ਅਸੀਂ ਜਦੋਂ ਰਿਸ਼ਤੇ ਉਹ ਰੱਖਾਂਗੇ, ਰਿਸ਼ਤੇ ਦਿਖਾਵਾਂਗੇ ਤਾਂ ਬੜੀ ਅੱਛੀ ਚੀਜ਼ ਲੱਗੇਗੀ। ਅਤੇ ਅੱਛੀ ਚੀਜ਼ ਇਹੋ ਹੀ ਹੁੰਦੀ, ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਅੱਛੀ ਚੀਜ਼ ਦੀ ਜ਼ਿੰਦਗੀ ਹੈ, ਬੁਰੀ ਚੀਜ਼ ਦੀ ਜ਼ਿੰਦਗੀ ਨਹੀਂ ਹੈ। ਜੀ ਅਕਰਮ ਭਾਈ, ਤੁਸੀਂ ਇੱਕ ਤਾਂ ਤੁਹਾਡਾ ਬਹੁਤ ਸ਼ੁਕਰੀਆ ਫਨੇਕਾਰ ਟੀਮ ਦੀ ਤਰਫੋਂ ਕਿ ਤੁਸੀਂ ਸਾਨੂੰ ਵਕਤ ਦਿੱਤਾ ਦੁਬਾਰਾ ਤੋਂ। ਲਾਸਟ ਵਿੱਚ ਆਪਣੇ ਮਦਾਹਾਂ ਨੂੰ, ਆਪਣੇ ਫੈਨਸ ਨੂੰ ਤੁਸੀਂ ਕੁਝ ਪੈਗਾਮ ਦੇਣਾ ਚਾਹੋ ਇਸ ਹਾਲਾਤ ਦੇ ਵਿੱਚ, ਕਿਉਂਕਿ ਕਰੋਨਾ ਵੀ ਆਇਆ ਹੋਇਆ ਹੈ, ਸਾਰੀ ਦੁਨੀਆ ਦਾ ਨਿਜ਼ਾਮ ਉਲਟ ਪੁਲਟ ਹੋਇਆ ਪਿਆ ਹੈ,
ਤੇ ਕੀ ਇੱਕ ਪੈਗਾਮ ਦੇਣਾ ਚਾਹੁੰਦੇ ਹੋ ਕਿ ਦੁਬਾਰਾ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਆਈਏ ਜਾਂ ਕੀ? ਜੀ ਬੜੀ ਮਿਹਰਬਾਨੀ ਦੋਸਤੋ, ਮੈਂ ਸਿਰਫ ਇੱਕ ਛੋਟਾ ਜਿਹਾ ਬਿਆਨ ਤੁਹਾਨੂੰ ਦੇਣਾ ਚਾਹਾਂਗਾ ਕਿ ਫਨਕਾਰ ਪ੍ਰੋਡਕਸ਼ਨ ਦੀ ਤਰਫੋਂ ਮੈਂ ਤੁਹਾਨੂੰ ਪੈਗਾਮ ਦੇਣਾ ਚਾਹ ਰਿਹਾ ਕਿ ਅਗਰ ਕੁਝ ਜ਼ਿੰਦਗੀ 'ਚ ਬਣਨਾ ਆਪਣੇ ਆਪ ਨੂੰ ਅੱਛਾ ਕਰ ਲਓ। ਜ਼ਿੰਦਗੀ 'ਚ ਕੋਈ ਅੱਛਾ ਕੰਮ ਮਿਲੇ, ਨੇਕੀ ਦਾ ਕੰਮ ਮਿਲੇ ਤਾਂ ਉਹਨੂੰ ਠੁਕਰਾਉਣਾ ਨਹੀਂ, ਉਹ ਜ਼ਰੂਰ ਕਰਨਾ, ਉਹਦੇ ਲਈ ਟਾਈਮ ਕੱਢ ਲੈਣਾ। ਫਿਰ ਛੋਟਿਆਂ ਨਾਲ ਪਿਆਰ ਕਰਨਾ, ਵੱਡਿਆਂ ਨਾਲ ਮੁਹੱਬਤ ਕਰਨੀ, ਹਰ ਬੰਦੇ ਦੀ ਇੱਜ਼ਤ ਔਰ ਅਦਬ ਕਰਨਾ। ਛੋਟੇ ਨੂੰ ਵੀ ਇੰਝ ਹੀ ਲੱਗੇ ਕਿ ਮੈਨੂੰ ਇਹ ਛੋਟਾ ਸਮਝ ਕੇ ਕਿਉਂ ਮਿਲਣ ਡਿਆ, ਮੈਂ ਇਹਦੇ ਤੋਂ ਵੱਡਾ ਹੀ ਹਾਂ, ਛੋਟਾ ਹੈ, ਮੇਰਾ ਅਦਬ ਕਿਉਂ ਇੰਨਾ ਕਰਨ ਡਿਆ। ਪਿਆਰ ਕਰੋ, ਪਿਆਰ ਇੱਕ ਐਸਾ ਖਜ਼ਾਨਾ ਜਿਹੜਾ ਤੁਹਾਡੇ ਕੋਲੋਂ ਖ਼ਤਮ ਨਹੀਂ ਹੋਏਗਾ। ਇਹਨੂੰ ਵੰਡੀ ਜਾਓ, ਜਿੰਨਾ ਵੰਡੋਗੇ ਉਨਾ ਹੀ ਜ਼ਿਆਦਾ ਵਧੇਗਾ। ਬੜੀ ਮਿਹਰਬਾਨੀ। अस्सलाम वालेकुम।